ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਅਗਲੀ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਉਸ ਦੀ ਵਿਆਖਿਆ ਅਤੇ ਵਿਚਾਰ ਕਰਾਂਗੇ। ਆਓ ਵਿਚਾਰ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸ਼ਰਵਣ ਕਰੀਏ। ਵਾਹਿਗੁਰੂ ਸਾਹਿਬ ਜੀਓ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਇ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨ ਕੋਇ। ਪਹਿਲੀ ਪੌੜੀ ਦੇ ਵਿੱਚ ਅਸੀਂ ਸ਼ਰਵਣ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਪਰਮਾਤਮਾ ਨੂੰ ਪਾਉਣ ਦੇ ਅਲੱਗ-ਅਲੱਗ ਤਰੀਕੇ ਹਨ, ਪਰ ਉਹ ਕੋਈ ਵੀ ਤਰੀਕਾ ਕਾਮਯਾਬ ਨਹੀਂ, ਤਦ ਤੱਕ ਕਾਮਯਾਬ ਨਹੀਂ ਜਦ ਤੱਕ ਅਸੀਂ ਪਰਮਾਤਮਾ ਦੇ ਹੁਕਮ ਨੂੰ ਨਹੀਂ ਸਮਝਦੇ। ਤੇ ਪਰਮਾਤਮਾ ਨੂੰ ਮਿਲਣ ਦਾ ਰਾਸਤਾ ਇੱਕੋ ਹੀ ਹੈ, ਉਹ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਹੁਕਮ ਦੇ ਨਾਲ ਵਿੱਚ ਚੱਲਣ ਦੇ ਕਰਕੇ ਸਾਡੀ ਅਤੇ ਪਰਮਾਤਮਾ ਦੇ ਵਿਚਾਲੇ ਜਿਹੜੀ ਕੂੜ ਦੀ ਕੰਧ ਹੈ ਉਹ ਟੁੱਟ ਜਾਂਦੀ ਹੈ ਤੇ ਸਾਡਾ ਅਤੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਅਸੀਂ ਸਚਿਆਰੇ ਬਣ ਜਾਂਦੇ ਹਾਂ। ਅੱਜ ਦੂਸਰੀ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਹੁਕਮ ਦੀ ਵਿਆਖਿਆ ਕਰਦਿਆਂ ਹੋਇਆਂ ਹੋਰ ਗੱਲਾਂ ਦੀ ਸਾਂਝ ਪਾਈ ਹੈ ਕਿ ਹੁਕਮ ਨੂੰ ਹੋਰ ਐਕਸਪਲੇਨ ਕੀਤਾ ਹੈ। ਤੇ ਪਹਿਲੀ ਤੁਕ ਦੇ ਵਿੱਚ ਕਿਹਾ ਹੁਕਮੀ ਹੋਵਨ ਆਕਾਰ। ਆਕਾਰ ਦਾ ਭਾਵ ਹੈ ਕਿ ਜੋ ਕੁਝ ਵੀ ਸਾਨੂੰ ਇੱਥੇ ਨਜ਼ਰ ਆ ਰਿਹਾ ਹੈ, ਜੋ ਕੁਝ ਵੀ ਦਿਖ ਰਿਹਾ ਹੈ, ਉਹ ਭਾਵੇਂ ਇਨਸਾਨ ਨੇ, ਭਾਵੇਂ ਕੋਈ ਜੀਵ ਨੇ, ਕੋਈ ਨਿਰਜੀਵ ਚੀਜ਼ ਹੈ, ਹਰ ਇੱਕ ਤਰ੍ਹਾਂ ਦੀ ਚੀਜ਼ ਜੋ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ, ਉਹ ਸਾਰੀਆਂ ਚੀਜ਼ਾਂ ਨੂੰ ਆਕਾਰ ਕਹਿ ਦਿੱਤਾ। ਇਹ ਭਾਵੇਂ ਸੂਰਜ, ਤਾਰੇ, ਚੰਦਰਮਾ, ਬ੍ਰਹਿਮੰਡ, ਗਲੈਕਸੀ, ਕੁਝ ਵੀ ਹੈ, ਇਹ ਸਾਰੀਆਂ ਚੀਜ਼ਾਂ ਦਾ ਨਾਮ ਗੁਰੂ ਸਾਹਿਬ ਜੀ ਨੇ ਇੱਕ ਆਕਾਰ ਦੇ ਤੌਰ 'ਤੇ ਲਿਖ ਦਿੱਤਾ ਕਿ ਹੁਕਮੀ ਹੋਵਨ ਆਕਾਰ। ਕਿ ਇਹ ਜੋ ਕੁਝ ਵੀ ਦਿਖਦਾ ਪਿਆ ਤੁਹਾਨੂੰ ਆਸ-ਪਾਸ ਹੈ, ਉਹ ਸਾਰਾ ਕੁਝ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਨਾਲ ਬਣਿਆ ਹੋਇਆ ਹੈ। ਪਰ ਨਾਲ ਹੀ ਇੱਕ ਗੱਲ ਕਹਿ ਦਿੱਤੀ ਕਿ ਹੁਕਮ ਨਾ ਕਹਿਆ ਜਾਈ, ਕਿ ਉਸ ਪਰਮਾਤਮਾ ਦਾ ਹੁਕਮ ਕਿਹੋ ਜਿਹਾ ਹੈ। ਕਹਿੰਦੇ ਨੇ ਉਸ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਤੁਸੀਂ ਦੱਸ ਨਹੀਂ ਸਕਦੇ ਕਿ ਪਰਮਾਤਮਾ ਦਾ ਹੁਕਮ ਕਿਤਨਾ ਵੱਡਾ ਹੈ। ਸਾਨੂੰ ਜਿਤਨੀ ਸਾਡੀ ਨੌਲੇਜ ਹੈ ਅਸੀਂ ਸਿਰਫ ਉਤਨਾ ਹੀ ਦੱਸ ਸਕਦੇ ਹਾਂ, ਪਰ ਉਸ ਤੋਂ ਜ਼ਿਆਦਾ ਨਹੀਂ ਦੱਸ ਸਕਦੇ। ਜੇਕਰ ਮੈਨੂੰ ਗਿਣਤੀ 100 ਤੱਕ ਆਉਂਦੀ ਹੈ ਤਾਂ ਮੈਂ ਸਿਰਫ 100 ਤੱਕ ਗਿਣ ਸਕਦਾ। ਜੇ 1000 ਤੱਕ ਆਉਂਦੀ ਹੈ ਤਾਂ ਮੈਂ 1000 ਤੱਕ ਗਿਣ ਸਕਦਾ। ਪਰ ਗਿਣਤੀ ਦਾ ਅੰਤ ਨਹੀਂ ਹੈ। ਤੁਸੀਂ ਕਿੱਥੇ ਤੱਕ ਗਿਣ ਸਕਦੇ ਹੋ? ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਤੱਕ ਤੁਸੀਂ ਗਿਣ ਸਕਦੇ ਹੋ, ਪਰ ਉਸ ਤੋਂ ਅੱਗੇ ਵੀ ਗਿਣਤੀ ਜਿਹੜੀ ਉਹ ਚੱਲਦੀ ਰਹਿੰਦੀ ਹੈ। ਮੈਨੂੰ ਉਤਨੀ ਗਿਣਤੀ ਨਹੀਂ ਆਉਂਦੀ। ਇਹ ਤਾਂ ਇੱਕ ਛੋਟੀ ਜਿਹੀ ਉਦਾਹਰਣ ਹੈ, ਪਰ ਪਰਮਾਤਮਾ ਦੇ ਹੁਕਮ ਦੇ ਵਿੱਚ ਕੀ ਕੁਝ ਬਣਿਆ ਹੈ ਅਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ। ਅਸੀਂ ਅੱਜ ਗਿਣਤੀ ਕਰਨ ਲੱਗਾਂਗੇ ਤਾਂ ਸਾਨੂੰ ਕਈ ਜਨਮ ਲੱਗ ਸਕਦੇ ਨੇ ਕਿ ਪਰਮਾਤਮਾ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ। ਉਹਨਾਂ ਦੇ ਨਾਮ ਜੇਕਰ ਅਸੀਂ ਲਿਖਣੇ ਸ਼ੁਰੂ ਕਰੀਏ ਜਾਂ ਬੋਲਣੇ ਸ਼ੁਰੂ ਕਰੀਏ, 84 ਲੱਖ ਜੂਨਾਂ ਆਮ ਤੌਰ 'ਤੇ ਧਾਰਮਿਕ ਅਸਥਾਨਾਂ 'ਤੇ ਮੰਨੀਆਂ ਜਾਂਦੀਆਂ ਨੇ ਕਿ 84 ਲੱਖ ਜੂਨਾਂ ਹੁੰਦੀਆਂ ਨੇ। ਹੁਣ ਇੰਨੇ ਨਾਮ ਲੈਣੇ ਵੀ ਸੌਖੇ ਨਹੀਂ ਹਨ। ਇਹਦੇ ਵਿੱਚ ਹਰ ਤਰ੍ਹਾਂ ਦੀ ਬਨਸਪਤੀ, ਇਹਦੇ ਵਿੱਚ ਹਰ ਤਰ੍ਹਾਂ ਦੇ ਪੱਥਰ, ਹਰ ਤਰ੍ਹਾਂ ਦੇ ਪਹਾੜ, ਦੁਨੀਆ ਦੀਆਂ ਹਰੇਕ ਚੀਜ਼ਾਂ, ਜੋ ਕੁਝ ਵੀ ਦਿਖ ਰਿਹਾ ਪਰਮਾਤਮਾ ਵੱਲੋਂ ਬਣਾਏ ਹੋਏ ਆਕਾਰ ਨੇ ਤੇ ਉਸ ਦੇ ਹੁਕਮ ਦੇ ਵਿੱਚ ਬਣੇ ਨੇ। ਤੇ ਉਸ ਪਰਮਾਤਮਾ ਦੇ ਹੁਕਮ ਨੂੰ ਕਿਸ ਤਰ੍ਹਾਂ ਅਸੀਂ ਐਕਸਪਲੇਨ ਕਰੀਏ, ਇਹ ਸਾਡੇ ਵੱਸ ਤੋਂ ਬਾਹਰ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਇੱਕ ਛੋਟੀ ਜਿਹੀ ਲਾਈਨ ਲਿਖ ਕੇ, ਇੱਕ ਛੋਟੇ ਜਿਹੇ ਸ਼ਬਦ ਲਿਖ ਕੇ ਇਸ ਨੂੰ ਸੰਕੋਚ ਦਿੱਤਾ ਹੈ ਕਿ ਹੁਕਮ ਨਾ ਕਹਿਆ ਜਾਈ, ਕਿ ਪਰਮਾਤਮਾ ਦੇ ਹੁਕਮ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਕਹਿੰਦੇ ਹੈ ਕੀ ਹੈ, ਥੋੜ੍ਹੀ ਜਿਹੀ ਅਸੀਂ ਉਹਦੇ ਵਿੱਚ ਜੇਕਰ ਅਸੀਂ ਗੱਲ ਦੱਸੀਏ ਤਾਂ ਕੀ ਹੈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਜੀ ਦਾ ਭਾਵ ਹੈ ਜੀਵਨ। ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਿਸੇ ਨੂੰ ਜੀਵਨ ਮਿਲਦਾ ਹੈ, ਕਿ ਪਰਮਾਤਮਾ ਦਾ ਹੁਕਮ ਹੋਇਆ ਤੇ ਕੋਈ ਜੀਵ ਇਸ ਦੁਨੀਆ ਦੇ ਵਿੱਚ ਆ ਗਿਆ। ਕਹਿੰਦੇ ਨੇ ਉਸ ਦੇ ਹੁਕਮ ਦੇ ਮੁਤਾਬਕ ਹੀ ਅਸੀਂ ਜਨਮ ਲਿਆ। ਹੁਕਮੀ ਹੋਵਨ ਜੀ ਤੇ ਹੁਕਮ ਮਿਲੈ ਵਡਿਆਈ।
ਜੇਕਰ ਇਸ ਦੁਨੀਆ ਵਿੱਚ ਕਿਸੇ ਨੂੰ ਮਾਣ ਸਤਿਕਾਰ ਮਿਲਦਾ ਹੈ ਤੇ ਕਹਿੰਦੇ ਨੇ ਉਹ ਵੀ ਪਰਮਾਤਮਾ ਦੇ ਹੁਕਮ 'ਚ ਹੈ ਕਿ ਪਰਮਾਤਮਾ ਦਾ ਹੁਕਮ ਨਾ ਹੋਵੇ ਤਾਂ ਕਿਸੇ ਨੂੰ ਵੀ ਮਾਣ ਵਡਿਆਈ ਸਤਿਕਾਰ ਨਹੀਂ ਮਿਲ ਸਕਦਾ। ਇਸ ਦੁਨੀਆ ਦੀ ਮਾਣ ਵਡਿਆਈਆਂ ਸਤਿਕਾਰ ਵੀ ਤੇ ਉਸ ਪਰਮਾਤਮਾ ਦੇ ਨਾਲ ਕੋਲ ਬਹਿ ਕੇ ਵੀ ਅਸੀਂ ਜੋ ਮਾਣ ਸਤਿਕਾਰ ਮਿਲਣਾ ਹੈ ਉਹ ਸਾਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਿਲਣਾ ਹੈ। ਕਹਿੰਦੇ ਨੇ ਇਸ ਤੋਂ ਅੱਗੇ ਹੁਣ ਕਿਹਾ ਹੁਕਮੀ ਉੱਤਮ ਨੀਚ। ਉੱਤਮ ਦਾ ਭਾਵ ਕੋਈ ਬਹੁਤ ਵੱਡਾ ਸਤਿਕਾਰਤ ਵਿਅਕਤੀ, ਵਿਸ਼ੇਸ਼ ਸਨਮਾਨ ਵਾਲਾ, ਤੇ ਨੀਚ ਜਿਹੜਾ ਕੋਈ ਭੈੜੇ ਕੰਮ ਕਰਨ ਵਾਲਾ, ਕੋਈ ਨੀਵਾਂ ਵਿਅਕਤੀ। ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ 'ਚ ਹੀ ਕੋਈ ਉੱਤਮ ਬਣ ਜਾਂਦਾ ਹੈ, ਕੋਈ ਉੱਚ ਦਰਜੇ ਵਾਲਾ ਬਣ ਜਾਂਦਾ ਹੈ, ਕਿਸ ਨੂੰ ਕੋਈ ਵੱਡਾ ਅਹੁਦਾ ਮਿਲ ਜਾਂਦਾ ਹੈ, ਤੇ ਪਰਮਾਤਮਾ ਦੇ ਹੁਕਮ 'ਚ ਹੀ ਕੋਈ ਬੰਦਾ ਨੀਵਾਂ, ਨੀਚ ਤੇ ਛੋਟੇ ਕੰਮ ਕਰਨ ਵਾਲਾ ਬਣ ਜਾਂਦਾ ਹੈ। ਹੁਕਮੀ ਉੱਤਮ ਨੀਚ, ਕਿ ਕੋਈ ਉੱਤਮ ਹੈ ਤੇ ਕੋਈ ਨੀਚ ਹੈ। ਹੁਕਮ ਲਿਖ ਦੁੱਖ ਸੁੱਖ ਪਾਈਐ। ਕਹਿੰਦੇ ਨੇ ਕਿ ਹੁਕਮ ਦੇ ਲਿਖੇ ਹੋਏ ਅਨੁਸਾਰ ਹੀ ਕਹਿੰਦੇ ਨੇ ਕੋਈ ਵਿਅਕਤੀ ਦੁੱਖ ਪਾਉਂਦਾ ਤੇ ਕੋਈ ਸੁੱਖ ਪਾਉਂਦਾ। ਹੁਕਮ ਲਿਖ ਕਿ ਪਰਮਾਤਮਾ ਨੇ ਜੋ ਲਿਖਿਆ ਉਹਦੇ ਮੁਤਾਬਕ ਹੀ ਕਿਸੇ ਨੂੰ ਦੁੱਖ ਮਿਲਿਆ ਤੇ ਕਿਸੇ ਨੂੰ ਸੁੱਖ ਮਿਲਿਆ। ਇੱਕ ਨਾ ਹੁਕਮੀ ਬਖਸ਼ੀਸ਼। ਕਹਿੰਦੇ ਨੇ ਕਿ ਇੱਕ ਨਾ ਭਾਵ ਕਈਆਂ ਨੂੰ, ਇੱਥੇ ਇੱਕ ਨਾ ਨੂੰ ਇੱਕ ਨਹੀਂ, ਅਸੀਂ ਇਹ ਬਹੁਵਚਨ ਦੇ ਵਿੱਚ ਆਇਆ ਕਿ ਇੱਕ ਨਾ ਕਈਆਂ ਨੂੰ ਪਰਮਾਤਮਾ ਦੇ ਹੁਕਮ ਦੇ ਕਰਕੇ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ, ਭਾਵ ਉਹਨਾਂ ਨੂੰ ਬਹੁਤ ਵਡਿਆਈਆਂ ਮਿਲ ਜਾਂਦੀਆਂ ਨੇ, ਉਹਨਾਂ ਨੂੰ ਪੁਰਸਕਾਰ ਮਿਲ ਜਾਂਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼। ਪਰ ਦੂਜੇ ਪਾਸੇ ਇੱਕ ਹੁਕਮੀ ਸਦਾ ਭਵਾਈਆਂ। ਭਵਾਈਆਂ ਦਾ ਮਤਲਬ ਭੌਂਦੇ ਫਿਰਨਾ, ਘੁੰਮਦੇ ਫਿਰਨਾ, ਆਉਂਦੇ ਜਾਂਦੇ ਰਹਿਣਾ। ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ 'ਚ ਇੱਕ ਨੂੰ ਤਾਂ ਬਖਸ਼ਿਸ਼ ਮਿਲ ਗਈ ਤੇ ਇੱਕ ਵਿਅਕਤੀ ਇਹੋ ਜਿਹਾ ਹੈ ਕਿ ਜਿਹੜਾ ਘੁੰਮਦਾ ਹੀ ਫਿਰਦਾ ਰਹਿੰਦਾ ਹੈ। ਇਸ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਵੀ ਲੈ ਸਕਦੇ ਹੋ, ਇਸ ਨੂੰ ਦੁਨੀਆ ਦੇ ਵਿੱਚ ਮਜਬੂਰੀਆਂ ਦੇ ਵਿੱਚ ਭਟਕਣਾ ਵੀ ਕਹਿ ਸਕਦੇ ਹੋ। ਮੈਨੂੰ ਯਾਦ ਹੈ ਕਿ ਮੇਰੇ ਉਸਤਾਦ ਜੀ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਧਕੀ, ਜਿਨ੍ਹਾਂ ਦੇ ਕੋਲੋਂ ਮੈਂ ਇਹ ਗੁਰਬਾਣੀ ਦੀ ਵਿਆਖਿਆ ਸੰਥਿਆ ਲਈ, ਉਹ ਸਾਨੂੰ ਦੱਸਦੇ ਹੁੰਦੇ ਸਨ। ਕਹਿੰਦੇ ਨੇ ਕਿ ਮੈਨੂੰ ਕਦੀ ਕਦੀ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਡਿਸਕਵਰੀ ਚੈਨਲ ਵਾਲੇ ਜਾਂ ਨੈਸ਼ਨਲ ਜਿਓਗ੍ਰਾਫਿਕ ਚੈਨਲ ਵਾਲੇ ਜਿਹੜੇ ਕੈਮਰਾਮੈਨ ਨੇ ਜਾਂ ਜਿਹੜੇ ਉੱਥੋਂ ਦੇ ਵਿਗਿਆਨੀ ਨੇ, ਉਹ ਵੀ ਇੱਕ ਤਰੀਕੇ ਦੇ ਨਾਲ ਗੁਰਬਾਣੀ ਦੀ ਇਹ ਤੁਕ ਦੇ ਉਹਨਾਂ ਦੇ ਉੱਤੇ ਵੀ ਢੁੱਕਦੀ ਹੈ। ਇੱਕ ਹੁਕਮੀ ਸਦਾ ਭਵਾਈਆਂ, ਕਿ ਭਾਵ ਕਿ ਕਿਸੇ ਨੂੰ ਜ਼ਰੂਰਤ ਨਹੀਂ ਹੈ, ਸਾਨੂੰ ਲੋੜ ਨਹੀਂ ਹੈ ਕਿ ਜੰਗਲਾਂ 'ਚ ਕੀ ਹੋ ਰਿਹਾ ਹੈ, ਪਰ ਪਰਮਾਤਮਾ ਨੇ ਉਹਨਾਂ ਨੂੰ ਹੁਕਮ ਲਗਾ ਦਿੱਤਾ, ਉਹਨਾਂ ਦੇ ਮੱਥੇ ਦੇ ਉੱਤੇ ਲਿਖ ਦਿੱਤਾ ਕਿ ਤੁਸੀਂ ਜਾ ਕੇ ਜੰਗਲਾਂ ਦੇ ਵਿੱਚ ਜਾ ਕੇ ਜੀਵਾਂ ਦੀ ਸਾਂਭ ਸੰਭਾਲ ਕਰਨੀ ਹੈ, ਤੁਸੀਂ ਉਹਨਾਂ ਦੇ ਜੀਵਨ ਦੇ ਉੱਤੇ ਜਾ ਕੇ ਖੋਜਾਂ ਬੀਜਾਂ ਕਰਨੀਆਂ ਨੇ। ਕਹਿੰਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ ਚਲਦੀਆਂ ਪਈਆਂ ਨੇ। ਕਿ ਕੋਈ ਵੀ ਭਟਕਦਾ ਪਿਆ ਹੈ, ਜੇਕਰ ਸਾਡੇ ਮਨ 'ਚ ਭਟਕਣਾ ਲੱਗੀ ਹੈ, ਅਸੀਂ ਬਾਹਰ ਜੀਵਨ ਦੇ ਵਿੱਚ ਭਟਕ ਰਹੇ ਹਾਂ, ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆ ਜਾ ਰਹੇ ਹਾਂ, ਭਵਾਉਂਦੇ ਫਿਰਦੇ ਹਾਂ, ਇਹ ਸਾਰਾ ਕੁਝ ਪਰਮਾਤਮਾ ਦੇ ਹੁਕਮ 'ਚ ਹੈ। ਇੱਕ ਹੁਕਮੀ ਸਦਾ ਭਵਾਈਆਂ। ਹੁਕਮੈ ਅੰਦਰ ਸਭ ਕੋ। ਹੁਣ ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ 'ਚ ਹੀ ਹਰ ਕੋਈ ਹੈ। ਸਭ ਕੋ ਦਾ ਭਾਵ ਕਿ ਹਰ ਕੋਈ, ਹਰੇਕ ਵਿਅਕਤੀ, ਹਰੇਕ ਜੀਵ, ਦੁਨੀਆ ਦੀ ਹਰੇਕ ਵਸਤੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਹੁਕਮੇ ਅੰਦਰ ਸਭ ਕੋ, ਸਾਰੀਆਂ ਚੀਜ਼ਾਂ ਹੀ ਪਰਮਾਤਮਾ ਦੇ ਹੁਕਮ ਦੇ ਵਿੱਚ ਹਨ, ਅੰਦਰ ਹਨ। ਬਾਹਰ ਹੁਕਮ ਨਾ ਕੋਏ, ਕਿ ਪਰਮਾਤਮਾ ਦੇ ਹੁਕਮ ਤੋਂ ਬਾਹਰੀ ਕੋਈ ਚੀਜ਼ ਨਹੀਂ ਹੈ। ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ ਕਿ ਅਸੀਂ ਕਹੀਏ ਕਿ ਇਹ ਪਰਮਾਤਮਾ ਦੀ ਰਜ਼ਾ ਤੋਂ ਬਾਹਰੀ ਹੈ, ਕਿ ਇਹ ਗੱਲ ਅਣਹੋਣੀ ਹੋ ਗਈ ਹੈ, ਇਹੋ ਜਿਹਾ ਕਦੀ ਦੁਨੀਆ 'ਚ ਨਹੀਂ ਹੋਇਆ। ਕਹਿੰਦੇ ਨੇ ਜੋ ਕੁਝ ਵੀ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਚੱਲਦਾ ਪਿਆ ਹੈ। ਤੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ। ਹੁਣ ਇਸ ਪੌੜੀ ਦੀ ਆਖਰੀ ਲਾਈਨ ਦੇ ਵਿੱਚ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ। ਕਹਿੰਦੇ ਨੇ ਕਿ ਹੇ ਵਿਅਕਤੀ, ਹੇ ਜੀਵ, ਹੇ ਧਰਮ ਤੇ ਰਾਹ ਦੇ ਉੱਤੇ ਚੱਲਣ ਵਾਲੇ ਪਾਂਧੀ, ਕਹਿੰਦੇ ਨੇ ਕਿ ਇੱਕ ਗੱਲ ਸਮਝ, ਜੇਕਰ ਤੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੀ ਸਮਝ ਲੱਗ ਜਾਏ ਨਾ, ਕਿ ਨਾਨਕ ਹੁਕਮੈ ਜੇ ਬੁੱਝੈ। ਬੁੱਝੈ ਭਾਵ ਕਿ ਬੁੱਝ ਲਵੇਂ, ਜੇਕਰ ਤੂੰ ਉਹਨੂੰ ਜਾਣ ਲਵੇਂ, ਤੂੰ ਉਹਨੂੰ ਪਹਿਚਾਣ ਲਵੇਂ ਜਾਂ ਤੂੰ ਉਹਨੂੰ ਖੋਜ ਲਵੇਂ, ਤਾਂ ਫਿਰ ਕੀ ਹੈ? ਹਉਮੈ ਕਹਿ ਨ ਕੋਏ। ਤਾਂ ਫਿਰ ਜੀਵ ਕੀ ਹੈ? ਹਉਮੈ ਦੀ ਗੱਲ ਤੋਂ ਬਾਹਰ ਨਿਕਲ ਜਾਂਦਾ ਹੈ। ਉਹਨੂੰ ਆਪਣੀ ਮੈਂ ਮੇਰੀ ਦੀ ਗੱਲ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਜਿਸ ਦਿਨ ਜੀਵ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਕਰਨ ਵਾਲਾ ਨਹੀਂ ਹਾਂ, ਕਰਨ ਵਾਲੀ ਕੋਈ ਹੋਰ ਸੁਪਰੀਮ ਤਾਕਤ ਹੈ, ਕਹਿੰਦੇ ਨੇ ਫਿਰ ਉਹਦੇ ਅੰਦਰ ਜਿਹੜੀ ਹਉਮੈ ਦੀ ਕੰਧ ਹੈ ਨਾ, ਹਉਮੈ ਦੀ ਜਿਹੜੀ ਮਾਰ ਹੈ, ਉਹ ਖਤਮ ਹੋ ਜਾਂਦੀ ਹੈ।
कि जद तक किसी इंसान को यह लगता है कि ये जो कुछ किया मैं किया तो ਉਹਦੇ अंदर हौमे आ जाती है कि ये मैं किया पर जदों किसी जग्यासू ਨੂੰ जीव ਨੂੰ ਇਹ समझ पै जाती है कि जो कुछ कर रहे हैं ये परमात्मा के हुक्म 'ਚ हो रहा है, परमात्मा खुद मेरे को करवा रहा है, तो कहते हैं फिर ਉਹਦੇ अंदरों हौमे जिहड़ी है वो खत्म हो जाती है। एक गल गुरबाणी सानू सिखाउंदी है कि एक जगह साडे मन के अंदर सिर्फ एक चीज़ रह सकती है, या हौमे रह सकती है या परमात्मा का नाम रह सकता है। दोनों दे कट्ठियां दोने चीज़ां साडे मन दे विच नहीं रह सकदियां। कहंदे ने हौमे नावे नाल विरोध है, कहंदे ने कि हौमे दी परमात्मा दे नाम दे नाल विरोध हैगा, दुश्मनी हैगी है, दोने एक थां ते नहीं वस सकते। कहंदे ने कि जे तुसी परमात्मा दे नाम नूं अपने अंदर वसाउणा चाहुंदे हो तां अपने अंदरों हौमे नूं कढ दिओ। तो हौमे नूं कढण दा तरीका सिर्फ इक्को एक है कि तुसी अपने आप नूं अकाल पुरख दे अगे समर्पित कर दिओ कि हे परमात्मा जी, मेरी कोई वस नहीं, मेरी कोई ताकत नहीं, मेरे अंदर इहो जिहा कोई जोर नहीं कि मैं कुछ भी कर सकां। जो कुछ भी करवा रहे हो परमात्मा जी, अकाल पुरख वाहिगुरू जी हो, तुसी आप करवा रहे हो। कहते हैं कि जदों इहो जी भावना तुहाडी बनेगी तो तुहाडे मन के अंदरों हौमे जिहड़ी है वो खत्म हो जाएगी। तो हौमे नूं खत्म करना, अलग अलग जिहड़े विकार ने, काम, क्रोध, लोभ, मोह, हंकार, ये 5 विकारां तो दूर करना ही साडे जीवन का मनोरथ है। तो कहते हैं उहदे चों एक हौमे जिहड़ी है उहनूं दूर करन दा तरीका परमात्मा दे हुक्म दे विच चलना। आओ असी उस अकाल पुरख वाहिगुरू दे परमात्मा दे हुक्म नूं समझीए ते उहदे अनुसार जीवन जीना शुरू करिए। अरदास करिए कि हे अकाल पुरख परमात्मा वाहिगुरू जीओ, सानू अपने हुक्म दे विच रख लो, साडे मन दे अंदरों हौमे जिहड़ी है वो दूर कर दिओ। आउंदियां वीडियोज़ दे विच असी अगलियां पौड़ियां दे विचार साझी करांगे। बेनती है कि ये वीडियोज़ नूं वध तो वध अपने दोस्तों, मित्रों, रिश्तेदारां नूं शेयर करो। असते जेकर किसी तरह की तुहानूं कमी लगती होवे तां नीचे कमेंट्स दे विच तुसीं दर्ज कर सकते हो। असी कोशिश करांगे कि किसी भी तरह की कमी नूं दूर करके होर वधेरे तरीके दे नाल, वधिया तरीके दे नाल तुहाडी सेवा कर सकीए। तुहाडा सब दा धन्नवाद। वाहिगुरू जी का खालसा, वाहिगुरू जी की फतेह।